ਜੀ ਪਿਆਰੇ ਬੱਚਿਓ, ਤੁਹਾਡਾ ਫਿਰ ਤੋਂ ਸਵਾਗਤ ਆ ਸਾਇੰਸ ਦੇ 3rd ਵੀਡੀਓ ਲੈਕਚਰ ਦੇ ਵਿੱਚ। ਜੇਕਰ ਕਿਸੇ ਬੱਚੇ ਨੇ ਪਹਿਲੇ 2 ਵੀਡੀਓ ਲੈਕਚਰ ਆ ਜਿਹੜੇ ਸਾਇੰਸ ਨਾਲ ਰਿਲੇਟਡ NTSC ਜਾਂ NMMS ਲਈ ਨਹੀਂ ਵੇਖੇ ਤਾਂ ਉਹ ਦੇਖ ਲੈਣ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਹਨਾਂ ਦਾ ਦੋਨੇ ਲੈਕਚਰਾਂ ਦਾ ਲਿੰਕ ਆ ਜਿਹੜਾ ਉਹ ਮਿਲ ਜਾਣਾ। ਤਾਂ ਪਹਿਲਾਂ ਤੁਸੀਂ ਉਹਨਾਂ ਨੂੰ ਦੇਖੋ ਅਤੇ ਫਿਰ ਆਪਾਂ ਅਗਲਾ ਜਿਹੜਾ ਅੱਜ ਵਾਲਾ ਵੀਡੀਓ ਲੈਕਚਰ ਤੁਸੀਂ ਇਹ ਦੇਖਣਾ। ਤੁਹਾਨੂੰ ਕੀ ਵਧੀਆ ਪਾਰਟ ਲੱਗਿਆ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ। ਅਗਰ ਤੁਹਾਨੂੰ ਇਹਦੇ ਵਿੱਚ ਕੋਈ ਨਵੀਂ ਚੀਜ਼ ਪਤਾ ਲੱਗੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਫਸਟ ਕੁਐਸਚਨ ਤੋਂ। ਫਸਟ ਕੁਐਸਚਨ ਹੈ, ਧਾਤਾਂ ਵਿੱਚ ਧਾਤਵੀ ਚਮਕ ਹੋਣ ਦਾ ਅਰਥ ਹੈ। ਮਤਲਬ ਕੀ ਅਰਥ ਹੈ? ਕਹਿਣ ਦਾ ਭਾਵ ਇਹ ਹੈ, ਆਪਸ਼ਨਸ ਨੇ ਆਪਣੇ ਕੋਲੇ। ਪਹਿਲੀ ਆਪਸ਼ਨ ਸ਼ੁੱਧ ਰੂਪ ਦੇ ਵਿੱਚ ਚਮਕੀਲਾ ਹੋਣਾ, ਮਿਸ਼ਰਤ ਰੂਪ ਦੇ ਵਿੱਚ ਚਮਕੀਲਾ ਹੋਣਾ, ਸੂਰਜ ਦੀ ਰੌਸ਼ਨੀ ਵਿੱਚ ਚਮਕੀਲਾ ਹੋਣਾ, ਹਨੇਰੇ ਵਿੱਚ ਚਮਕੀਲਾ ਹੋਣਾ। ਤਾਂ ਇਹਦੇ ਲਈ ਸਹੀ ਆਪਸ਼ਨ ਕੀ ਹੈ ਬੇਟਾ? ਬਹੁਤ ਬੱਚਿਆਂ ਨੇ ਇਹਨੂੰ ਕਰ ਹੀ ਲਿਆ ਹੋਣਾ। ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਹੈ? ਪਹਿਲੀ ਆਪਸ਼ਨ ਇਹਦੇ ਲਈ ਸਹੀ ਹੈ। ਵੀ ਜਿਹੜੀਆਂ ਧਾਤਾਂ ਨੇ ਉਹ ਚਮਕੀਲੀਆਂ ਹੁੰਦੀਆਂ ਕਿਉਂਕਿ ਉਹ ਸ਼ੁੱਧ ਰੂਪ ਦੇ ਵਿੱਚ ਹੀ ਚਮਕੀਲੀਆਂ ਹੁੰਦੀਆਂ। ਇਹ ਨਹੀਂ ਹੁੰਦਾ ਵੀ ਉਹਨਾਂ 'ਚ ਕੋਈ ਮਿਲਾਵਟ ਹੁੰਦੀ ਹੈ। ਠੀਕ ਹੈ ਨਾ? ਜਿਵੇਂ ਸੋਨਾ ਹੋ ਗਿਆ, ਚਾਂਦੀ ਹੋ ਗਿਆ, ਸ਼ੁੱਧ ਰੂਪ ਦੇ ਵਿੱਚ ਹੀ ਚਮਕੀਲੀਆਂ ਨੇ, ਇਹਨਾਂ ਦੇ ਵਿੱਚ ਕੁਛ ਮਿਲਾਵਟ ਨਹੀਂ ਹੁੰਦੀ। ਤਾਂ ਇਹਦੇ ਲਈ ਫਸਟ ਆਪਸ਼ਨ ਹੀ ਸਹੀ ਹੈ। ਅਗਲਾ ਕੁਐਸਚਨ ਸੈਕਿੰਡ, ਧਾਤਾਂ ਦੀ ਕੁਟੀਨ ਯੋਗਤਾ ਤੋਂ ਭਾਵ ਹੈ। ਕੀ ਭਾਵ ਹੈ? ਦੇਖੋ ਆਪਾਂ ਧਾਤਾਂ ਚੈਪਟਰ ਦੇ ਵਿੱਚ ਇਹ ਚੀਜ਼ ਪੜ੍ਹੀ ਹੋਣੀ ਤੁਸੀਂ। ਤਾਂ ਕੀ ਭਾਵ ਹੈ? ਪਹਿਲੀ ਆਪਸ਼ਨ ਹਥੌੜੇ ਨਾਲ ਕੁੱਟਣ 'ਤੇ ਟੁੱਟ ਜਾਣਾ, ਹਥੌੜੇ ਨਾਲ ਕੁੱਟਣ 'ਤੇ ਚਾਦਰਾ ਬਣਾਉਣਾ, ਹਥੌੜੇ ਨਾਲ ਕੁੱਟ ਕੇ ਤਾਰ ਬਣਾਉਣੀ, ਉਪਰੋਕਤ ਸਾਰੇ। ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਹੈ ਬੇਟਾ? ਆੜਾ ਆਪਸ਼ਨ ਇਹਦੇ ਲਈ ਸਹੀ ਹੈ, ਦੂਜੀ ਆਪਸ਼ਨ, ਵੀ ਇਹਨੂੰ ਹਥੌੜੇ ਨਾਲ ਕੁੱਟ ਕੇ ਇਹਦੀਆਂ ਕੀ ਬਣਾਈਆਂ ਜਾ ਸਕਦੀਆਂ? ਚਾਦਰਾਂ। ਤਾਂ ਇਹ ਕੀ ਹੁੰਦੀ ਆ? ਉਹ ਧਾਤ ਦੀ ਕੁਟੀਨ ਯੋਗਤਾ ਬੋਲਦੇ ਆ ਉਹਨੂੰ, ਵੀ ਉਹਦੀਆਂ ਕੁੱਟ ਕੇ ਚਾਦਰਾਂ ਬਣਾਈਆਂ ਜਾ ਸਕਦੀਆਂ ਨੇ। ਅਗਲਾ ਕੁਐਸਚਨ ਥਰਡ, ਸਭ ਤੋਂ ਵੱਧ ਕੁਟੀਨਯੋਗ ਧਾਤ ਹੈ। ਤਾਂ ਸਭ ਤੋਂ ਵੱਧ ਕੁਟੀਨਯੋਗ ਵੈਸੇ ਤਾਂ ਧਾਤਾਂ ਦੋਨੇ ਨੇ ਬੇਟਾ, ਸੋਨਾ ਅਤੇ ਚਾਂਦੀ ਸਭ ਤੋਂ ਵੱਧ ਕੁਟੀਨਯੋਗਤ ਨੇ। ਪਰ ਸੋਨਾ ਅਤੇ ਚਾਂਦੀ ਦੇ ਵਿੱਚੋਂ ਵੀ ਸਭ ਤੋਂ ਵੱਧ ਕੁਟੀਨਯੋਗ ਕਿਹੜੀ ਹੈ? ਸੋਨਾ ਧਾਤ ਆ ਜਿਹੜੀ ਸਭ ਤੋਂ ਵੱਧ ਕੁਟੀਨਯੋਗਤਾ। ਉਹਦੀ ਕੁਟੀਨਯੋਗਤਾ ਦੇ ਕਾਰਨ ਹੀ ਉਹਦੇ ਬਰੀਕ ਤੋਂ ਬਰੀਕ, ਦੇਖੋ ਕਿੰਨੇ ਬਰੀਕ ਹੁੰਦੇ ਆ, ਉਹ ਗਹਿਣੇ ਬਣਾਏ ਜਾ ਸਕਦੇ ਨੇ। ਅਗਲਾ ਕੁਐਸਚਨ, ਸਕੂਲ ਦੀ ਘੰਟੀ ਧਾਤ ਦੀ ਬਣਾਈ ਜਾਂਦੀ ਹੈ ਕਿਉਂਕਿ ਉਹਦਾ ਆਪਸ਼ਨ ਧਾਤ ਕਠੋਰ ਹੁੰਦੀ ਹੈ ਅਤੇ ਛੇਤੀ ਨਹੀਂ ਟੁੱਟਦੀ, ਧਾਤ ਕੁਟੀਨਯੋਗ ਹੁੰਦੀ ਹੈ, ਧਾਤ ਧੁਨੀ ਪੈਦਾ ਕਰਦੀ ਹੈ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦੇ ਲਈ ਸਹੀ ਆਪਸ਼ਨ ਕੀ ਹੈ ਬੇਟਾ? ਥਰਡ ਆਪਸ਼ਨ, ਧਾਤ ਧੁਨੀ ਪੈਦਾ ਕਰਦੀ ਹੈ, ਮਤਲਬ ਆਵਾਜ਼ ਪੈਦਾ ਕਰਦੀ ਹੈ। ਸਕੂਲ ਦੀ ਘੰਟੀ ਆਪਾਂ ਨੂੰ ਆਵਾਜ਼ ਪੈਦਾ ਕਰਨ ਲਈ ਚਾਹੀਦੀ ਹੈ ਨਾ। ਤਾਂ ਧਾਤ ਆ ਜਿਹੜੀ ਉਹ ਆਵਾਜ਼ ਪੈਦਾ ਕਰਦੀ ਹੈ, ਇਸ ਕਰਕੇ ਹੀ ਲੋਹਾ ਦੀ ਬਣੀ ਹੁੰਦੀ ਆ ਉਹ ਧੁਨੀ ਪੈਦਾ ਕਰਦੀ ਹੈ, ਤਾਂ ਕਰਕੇ ਉਹਦੀ ਘੰਟੀ ਬਣਾਈ ਜਾਂਦੀ ਹੈ। ਇੱਕ ਦੋ ਗੱਲਾਂ ਤੁਹਾਨੂੰ ਹੋਰ ਇਹਦੇ ਬਾਰੇ ਮੈਂ ਦੱਸਦਾ। ਜਿਹੜੀਆਂ ਧਾਤਾਂ ਆਵਾਜ਼ ਪੈਦਾ ਕਰਦੀਆਂ ਨੇ ਉਹਨਾਂ ਨੂੰ ਸੋਨੋਰਸ ਧਾਤਾਂ ਬੋਲਦੇ ਨੇ, ਉਹ ਆਵਾਜ਼ ਪੈਦਾ ਕਰਦੀਆਂ ਨੇ, ਇਹ ਯਾਦ ਰੱਖਣਾ। ਅਗਲੀ ਕੁਐਸਚਨ, ਅਜਿਹੀ ਅਧਾਤ ਜੋ ਸਧਾਰਨ ਤਾਪਮਾਨ 'ਤੇ, ਮਤਲਬ ਸਧਾਰਨ ਕਮਰੇ ਦੇ ਤਾਪਮਾਨ ਨੀਅਰ ਅਬਾਊਟ 25 ਡਿਗਰੀ 20-25 ਡਿਗਰੀ ਟੈਂਪਰੇਚਰ ਹੁੰਦਾ ਹੈ ਨੋਰਮਲ, ਅਤੇ ਤਰਲ ਹੈ। ਜਿਹੜੀ ਤਰਲ ਹੈ, ਮਤਲਬ ਲਿਕੁਇਡ ਫਾਰਮ ਦੇ ਵਿੱਚ ਕਮਰੇ ਦੇ ਤਾਪਮਾਨ ਦੇ ਵਿੱਚ ਉਹ ਧਾਤ ਆ ਜਿਹੜੀ ਉਹ ਤਰਲ ਹੁੰਦੀ ਹੈ। ਤਾਂ ਕਿਹੜੀ ਹੈ ਬੇਟਾ? ਉਹ ਕਿਹੜੀ ਹੈ? ਬ੍ਰੋਮੀਨ। ਬ੍ਰੋਮੀਨ ਆ ਜਿਹੜੀ ਉਹ ਸਧਾਰਨ ਕਮਰੇ ਦੇ ਤਾਪਮਾਨ 'ਤੇ ਤਰਲ ਅਵਸਥਾ ਦੇ ਵਿੱਚ ਲਿਕੁਇਡ ਫਾਰਮ ਦੇ ਵਿੱਚ ਹੁੰਦੀ ਹੈ। ਤਾਂ ਇਹ ਯਾਦ ਰੱਖਣਾ ਵੀ ਇਹ ਕੀ ਹੈ? ਧਾਤ ਹੈ। ਜੇ ਆਪਾਂ ਧਾਤ ਦੀ ਗੱਲ ਕਰੀਏ, ਧਾਤ ਦੀ, ਤਾਂ ਉਹ ਕਿਹੜੀ ਹੋਊਗੀ ਬੇਟਾ? ਧਾਤ ਦੀ ਜੇ ਆਪਾਂ ਗੱਲ ਕਰੀਏ ਤਾਂ ਧਾਤ ਕਿਹੜੀ ਹੁੰਦੀ ਹੈ? ਮਰਕਰੀ ਜਾਂ ਪਾਰਾ, ਜਿਹੜੀ ਥਰਮਾਮੀਟਰ ਦੇ ਵਿੱਚ ਪਾਈ ਹੁੰਦੀ ਹੈ। ਮਰਕਰੀ ਜਾਂ ਪਾਰਾ ਜਿਹੜੀ ਉਹ ਧਾਤ ਹੈ ਜਿਹੜੀ ਕਮਰੇ ਦੇ ਤਾਪਮਾਨ 'ਤੇ ਤਰਲ ਹੁੰਦੀ ਹੈ। ਅਗਲਾ ਕੁਐਸਚਨ, ਅਜਿਹੀ ਧਾਤ ਜੋ ਸਧਾਰਨ ਤਾਪਮਾਨ 'ਤੇ ਤਰਲ, ਆ ਗਿਆ ਉਹੀ ਕੁਐਸਚਨ। ਤਾਂ ਕਿਹੜੀ ਆ ਉਹ? ਮਰਕਰੀ ਜਾਂ ਪਾਰਾ। ਜੇ ਧਾਤ ਦੀ ਗੱਲ ਆਊ ਤਾਂ ਮਰਕਰੀ ਜਾਂ ਪਾਰਾ, ਜੇ ਅਧਾਤ ਆਊਗੀ ਤਾਂ ਕਿਹੜੀ ਹੁੰਦੀ ਆ? ਬ੍ਰੋਮੀਨ। 7th ਕੁਐਸਚਨ, ਕਾਰਬਨ ਦਾ ਉਹ ਰੂਪ ਜੋ ਸਭ ਤੋਂ ਕਠੋਰ ਹੈ। ਇਹ ਸਾਰਿਆਂ ਨੂੰ ਹੀ ਪਤਾ ਹੋਣਾ ਵੀ ਕਿਹੜਾ ਇਹ ਬੇਟਾ? ਕਾਰਬਨ ਦਾ ਜਿਹੜਾ ਰੂਪ ਜੋ ਸਭ ਤੋਂ ਕਠੋਰ ਹੈ ਕਿਹੜਾ ਹੈ? ਹੀਰਾ ਹੈ। ਹੀਰਾ ਸਭ ਤੋਂ ਕਠੋਰ ਹੈ। ਅਧਾਤਾਂ ਦੇ ਆਕਸਾਈਡ ਪਾਣੀ ਵਿੱਚ ਘੁਲ ਕੇ ਬਣਾਉਂਦੇ ਹਨ। ਕੀ ਬਣਾਉਂਦੇ ਨੇ? ਵੀ ਅਧਾਤਾਂ ਦੇ ਆਕਸਾਈਡ ਪਾਣੀ ਵਿੱਚ ਘੁਲ ਕੇ
ਸ਼ਾਬਾਸ਼ ਬੇਟਾ, ਕੀ ਬਣਾਉਂਦੇ ਨੇ? ਤੇਜ਼ਾਬ। ਅਤੇ ਉਵੇਂ ਜਿਹੜੇ ਧਾਤਾਂ ਦੇ ਹੈ ਤਾਂ ਉਹ ਕੀ ਬਣਾਉਣਗੇ? ਖਾਰ ਬਣਾਉਂਦੇ ਨੇ। ਅਗਲਾ ਕੁਐਸਚਨ, ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾਉਣ 'ਤੇ ਪੈਦਾ ਹੋਈ ਰਾਖ ਦਾ ਸੁਭਾਅ ਕੀ ਹੁੰਦਾ? ਤਾਂ ਰਾਖ ਦਾ ਸੁਭਾਅ ਕੀ ਹੁੰਦਾ ਬੇਟਾ? ਮੈਗਨੀਸ਼ੀਅਮ ਰਿਬਨ ਨੂੰ ਜਲਾਉਣ 'ਤੇ ਜਿਹੜੀ ਪੈਦਾ ਹੋਈ ਰਾਖ ਹੈ ਉਹਦਾ ਸੁਭਾਅ ਕੀ ਹੁੰਦਾ ਹੈ? ਖਾਰੀ। ਖਾਰੀ ਹੁੰਦਾ ਨਾ। ਮੈਗਨੀਸ਼ੀਅਮ ਆਕਸਾਈਡ ਆ ਜਿਹੜਾ ਉਹ ਕੀ ਹੁੰਦਾ? ਖਾਰੀ ਹੁੰਦਾ, ਬੇਸਿਕ ਹੁੰਦਾ, ਬੇਸ ਹੁੰਦਾ। ਇਹ ਖਾਰੀ ਆਪਸ਼ਨ ਸਹੀ ਹੋਏਗੀ। ਅਗਲਾ, ਸਭ ਤੋਂ ਵੱਧ ਖਿਚੀਣਯੋਗ ਪਦਾਰਥ ਹੈ, ਮਤਲਬ ਖਿੱਚਿਆ ਜਾ ਸਕਦਾ ਸਭ ਤੋਂ ਵੱਧ, ਤਾਂ ਕਿਹੜਾ ਉਹ? ਪਹਿਲਾਂ ਵੀ ਦੱਸਿਆ ਸੀ ਖਿਚੀਣਯੋਗਤਾ ਅਤੇ ਕਟੀਨਯੋਗਤਾ ਸੋਨੇ ਅਤੇ ਚਾਂਦੀ 'ਚ ਜ਼ਿਆਦਾ ਹੈ, ਅਤੇ ਸੋਨੇ ਅਤੇ ਚਾਂਦੀ 'ਚੋਂ ਕਿਹਦੇ ਜ਼ਿਆਦਾ ਹੈ? ਸੋਨੇ ਦੇ ਵਿੱਚ ਜ਼ਿਆਦਾ ਹੈ। ਅਗਲਾ, ਸੀਤਾ ਜਾਣਨਾ ਚਾਹੁੰਦੀ ਹੈ ਕਿ ਐਂਫੋਟੈਰਿਕ ਆਕਸਾਈਡ ਕੀ ਹੁੰਦੇ ਨੇ? ਉਹ ਕਿਹੜੇ ਹੁੰਦੇ ਨੇ ਵੀ? ਐਂਫੋਟੈਰਿਕ ਆਕਸਾਈਡ ਜੋ ਤੇਜ਼ਾਬ ਨਾਲ ਕਿਰਿਆ ਕਰਨ, ਜੋ ਖਾਰ ਨਾਲ। ਐਂਫੋਟੈਰਿਕ ਹੁੰਦੇ ਨੇ ਜੋ ਤੇਜ਼ਾਬ ਅਤੇ ਖਾਰ ਦੋਵਾਂ ਨਾਲ ਕਿਰਿਆ ਕਰਨ। ਸੀ ਆਪਸ਼ਨ ਇਹਦੇ ਲਈ ਸਹੀ ਹੈ। ਮੀਨਲ ਆਪਣੇ ਸਾਇੰਸ ਅਧਿਆਪਕ ਤੋਂ ਪੁੱਛਦੀ ਹੈ ਕਿ ਕਿਹੜੀ ਧਾਤ ਆਕਸੀਜਨ ਨਾਲ ਕਿਰਿਆ ਨਹੀਂ ਕਰਦੀ, ਤਾਂ ਅਧਿਆਪਕ ਨੇ ਕੀ ਜਵਾਬ ਦਿੱਤਾ ਹੋਵੇਗਾ? ਤਾਂ ਕਿਹੜੀਆਂ ਧਾਤਾਂ ਬੇਟਾ ਆਕਸੀਜਨ ਨਾਲ ਕਿਰਿਆ ਨਹੀਂ ਕਰਨਗੀਆਂ? ਜਿਹੜੀਆਂ ਸਭ ਤੋਂ ਘੱਟ ਕਿਰਿਆਸ਼ੀਲ ਹੋਣਗੀਆਂ। ਤਾਂ ਕਿਹੜੀਆਂ ਨੇ ਸਭ ਤੋਂ ਘੱਟ ਕਿਰਿਆਸ਼ੀਲ? ਸਿਲਵਰ ਅਤੇ ਗੋਲਡ ਆ ਜਿਹੜੀ, ਉਹ ਆਕਸੀਜਨ ਨਾਲ ਕਿਰਿਆ ਨਹੀਂ ਕਰਦੀ, ਕਿਉਂਕਿ ਇਹ ਸਭ ਤੋਂ ਘੱਟ ਕਿਰਿਆਸ਼ੀਲ ਧਾਤਾਂ ਹਨ। ਰਾਜ ਨੇ ਪ੍ਰਯੋਗ ਦੌਰਾਨ ਦੇਖਿਆ ਕਿ ਬਹੁਤ ਸਾਰੇ ਧਾਤਵੀ ਆਕਸਾਈਡ ਪਾਣੀ ਵਿੱਚ ਅਘੁਲਣਸ਼ੀਲ ਨੇ, ਮਤਲਬ ਘੁਲਦੇ ਨਹੀਂ ਹੈਗੇ, ਪਰ ਜਿਹੜੇ ਘੁਲ ਜਾਣ ਉਹ ਬਣਾਉਂਦੇ ਨੇ। ਦੇਖੋ ਬੇਟਾ, ਵੈਸੇ ਤਾਂ ਅਘੁਲਣ ਨੇ, ਮਤਲਬ ਘੁਲਦੇ ਹੀ ਨਹੀਂ, ਪਰ ਜਿਹੜੇ ਘੁਲ ਜਾਣ ਨੇ ਉਹ ਕੀ ਬਣਾਉਂਦੇ ਨੇ? ਐਲਕਲੀ ਬਣਾਉਂਦੇ ਨੇ, ਮਤਲਬ ਖਾਰ ਬਣਾਉਂਦੇ ਨੇ। ਜਿਵੇਂ ਸੋਡੀਅਮ ਦਾ ਆਕਸਾਈਡ ਹੈ, ਉਹਨੂੰ ਆਪਾਂ ਪਾਣੀ 'ਚ ਪਾਵਾਂਗੇ ਤਾਂ ਉਹ ਸੋਡੀਅਮ ਦਾ ਹਾਈਡਰੋਕਸਾਈਡ ਬਣਾ ਦੂਗਾ, ਜੋ ਕਿ ਇੱਕ ਖਾਰ ਹੈ, ਐਲਕਲੀ ਹੈ। ਅਗਲਾ ਕੁਐਸਚਨ 14ਵਾਂ, ਵਿਵੇਕ ਨੇ ਧਾਤ ਅਤੇ ਪਾਣੀ ਦੀ ਕਿਰਿਆ ਕੀਤੀ। ਅਧਿਆਪਕ ਨੇ ਪੈਦਾ ਕੀਤੀ ਗੈਸ ਦਾ ਗੁਣ ਦੱਸਦਿਆਂ ਕਿਹਾ ਕਿ ਬਲਦੀ ਮੋਮਬੱਤੀ ਨੇੜੇ ਲਿਆਉਣ 'ਤੇ ਪੌਪ ਦੀ ਧੁਨੀ ਪੈਦਾ ਕਰਦੀ ਹੈ। ਇਹ ਗੈਸ ਕਿਹੜੀ ਹੈ? ਇਹ ਪਹਿਲੇ ਚੈਪਟਰ ਰਸਾਇਣਿਕ ਕਿਰਿਆਵਾਂ ਸਮੀਕਰਨਾਂ ਦੇ ਵਿੱਚ ਵੀ ਇਹ ਤੁਸੀਂ ਕੀਤੀ ਹੋਣੀ ਰਿਐਕਸ਼ਨ। ਤਾਂ ਕਿਹੜੀ ਗੈਸ ਨਿਕਲਦੀ ਹੈ ਬੇਟਾ ਧਾਤ ਅਤੇ ਪਾਣੀ ਦੀ ਕਿਰਿਆ ਕਰਕੇ? ਹਾਈਡਰੋਜਨ ਗੈਸ, ਅਤੇ ਉਹ ਅੱਗ ਨੂੰ ਬੁਝਾ ਵੀ ਦਿੰਦੀ ਹੈ। ਪੌਪ ਦੀ ਆਵਾਜ਼ ਇਹਦੇ ਕਰਕੇ ਪੈਦਾ ਹੁੰਦੀ ਹੈ। ਅਗਲੀ, ਵਿਸ਼ਾਲ ਨੂੰ ਅਧਿਆਪਕ ਤੋਂ ਪਤਾ ਚੱਲਦਾ ਕਿ ਧਾਤਾਂ ਨਾਈਟ੍ਰਿਕ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀਆਂ। ਅਧਿਆਪਕ ਨੇ ਕੀ ਦੱਸਿਆ ਹੋਵੇਗਾ? ਕੀ ਦੱਸਿਆ ਹੋਵੇਗਾ ਵੀ ਕਿਉਂ ਨਹੀਂ ਕਰਦੀਆਂ ਨਾਈਟ੍ਰਿਕ ਐਸਿਡ ਨਾਲ? ਕਿਉਂਕਿ ਉਹ ਇੱਕ ਸ਼ਕਤੀਸ਼ਾਲੀ ਕੀ ਹੈ? ਆਕਸੀਕਾਰਕ ਹੈ। ਸ਼ਕਤੀਸ਼ਾਲੀ ਆਕਸੀਕਾਰਕ ਹੋਣ ਦੇ ਕਰਕੇ ਧਾਤਾਂ ਨਾਈਟ੍ਰਿਕ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀਆਂ। ਆਕਸੀਕਾਰਕ ਹੈ ਮਤਲਬ ਉਹਦਾ ਆਪ ਦਾ ਕੀ ਹੋ ਜਾਂਦਾ? ਲਘੂਕਰਨ ਹੋ ਜਾਂਦਾ। ਜਿਹੜਾ ਨਾਈਟ੍ਰਿਕ ਐਸਿਡ ਹੈ ਉਹ ਆਪ ਤਾਂ ਲਘੂਕਰਨ ਹੋ ਜਾਂਦਾ, ਠੀਕ ਹੈ। ਧਾਤਾਂ ਦੀ ਕੀ ਕਰ ਦਿੰਦਾ? ਆਕਸੀਡੇਸ਼ਨ, ਆਕਸੀਕਰਨ ਕਰ ਦਿੰਦਾ। ਅਗਲਾ ਕੁਐਸਚਨ, ਵਿਕਰਮ 3:1 ਦੇ ਅਨੁਪਾਤ ਵਿੱਚ ਗਾੜੇ ਹਾਈਡਰੋਕਲੋਰਿਕ ਐਸਿਡ ਅਤੇ ਗਾੜੇ ਨਾਈਟ੍ਰਿਕ ਤੇਜ਼ਾਬ ਦਾ ਮਿਸ਼ਰਣ ਬਣਾਉਂਦਾ ਹੈ। ਇਸ ਨੂੰ ਕੀ ਬੋਲਦੇ ਨੇ? ਇਸ ਨੂੰ ਕੀ ਬੋਲਦੇ ਨੇ? ਦੇਖੋ ਬੇਟਾ, ਇਹ ਤੁਸੀਂ ਜਾਣਦੇ ਹੋਵੇ, ਪੜ੍ਹਿਆ ਹੋਵੇ ਤੁਸੀਂ ਚੈਪਟਰ ਦੇ ਵਿੱਚ, ਇਹਨੂੰ ਬੋਲਦੇ ਨੇ ਐਕੁਆਰੇਜ਼ੀਆ। ਤਾਂ ਐਕੁਆਰੇਜ਼ੀਆ ਬਾਰੇ ਇੱਕ ਦੋ ਗੱਲਾਂ ਤੁਹਾਨੂੰ ਮੈਂ ਹੋਰ ਦੱਸਦਾ। ਇਹ ਮਿਸ਼ਰਣ ਹੁੰਦਾ ਹੈ HCl ਅਤੇ ਨਾਈਟ੍ਰਿਕ ਐਸਿਡ ਦਾ, ਕੰਸਨਟਰੇਟਡ ਹੁੰਦੇ ਨੇ, ਦੋਨੇ ਗਾੜੇ ਹੁੰਦੇ ਨੇ। 3:1 ਦੇ ਵਿੱਚ, ਮਤਲਬ 3 ਹਿੱਸੇ HCl, ਇੱਕ ਹਿੱਸਾ ਨਾਈਟ੍ਰਿਕ ਐਸਿਡ ਪਾਇਆ ਹੁੰਦਾ ਹੈ। ਜਿਹੜਾ ਐਕੁਆਰੇਜ਼ੀਆ, ਇਹ ਸ਼ਬਦ ਲਤੀਨੀ ਭਾਸ਼ਾ ਦਾ ਸ਼ਬਦ ਹੈ, ਉੱਥੋਂ ਲਿਆ ਗਿਆ। ਇਹਦਾ ਮਤਲਬ ਹੁੰਦਾ ਰਾਇਲ ਵਾਟਰ, ਮਤਲਬ ਸ਼ਾਹੀ ਪਾਣੀ। ਇਹ ਐਡਾ ਜ਼ਿਆਦਾ ਸ਼ਕਤੀਸ਼ਾਲੀ ਖੋਰਕ ਆ ਨਾ, ਇਹ ਗੋਲਡ ਅਤੇ ਪਲਾਟੀਨਮ ਜਿਹੜੀਆਂ ਬਹੁਤ ਘੱਟ ਕਿਰਿਆਸ਼ੀਲ ਨੇ, ਉਹਨਾਂ ਨੂੰ ਵੀ ਆਪਣੇ ਦੇ ਵਿੱਚ ਖੋਰ ਲੈਂਦਾ, ਮਤਲਬ ਘੋਲ ਲੈਂਦਾ ਉਹਨਾਂ ਨੂੰ ਵੀ ਆਪਦੇ ਆਪ 'ਚ। ਐਡਾ ਤਕੜਾ ਇਹ ਸ਼ਕਤੀਸ਼ਾਲੀ ਘੋਲਕ ਹੈ ਜਾਂ ਖੋਰਕ ਹੈ। 17ਵਾਂ, ਕੋਈ ਦੋ ਧਾਤਾਂ ਦੇ ਨਾਂ ਦੱਸੋ ਜੋ ਠੰਡੇ ਪਾਣੀ ਨਾਲ ਵੀ ਬੜੀ ਤੇਜ਼ੀ ਨਾਲ ਕਿਰਿਆ ਕਰਦੀਆਂ। ਇਹ ਵੀ ਆਪਾਂ ਨੂੰ ਕਿਰਿਆਸ਼ੀਲਤਾ ਲੜੀ ਤੋਂ ਦੇਖ ਕੇ ਪਤਾ ਚੱਲ ਜਾਂਦਾ ਕਿਹੜੀਆਂ ਨੇ ਬਈ ਉਹ ਜਿਹੜੀਆਂ ਠੰਡੇ ਪਾਣੀ ਨਾਲ ਵੀ ਕਿਰਿਆ ਕਰ ਲੈਂਦੀਆਂ ਨੇ। ਪੋਟਾਸ਼ੀਅਮ ਅਤੇ ਸੋਡੀਅਮ ਬਹੁਤ ਜ਼ਿਆਦਾ ਕਿਰਿਆਸ਼ੀਲ ਧਾਤਾਂ ਨੇ, ਜਿਹੜੀਆਂ ਠੰਡੇ ਪਾਣੀ ਨਾਲ ਵੀ ਬੜੀ ਤੇਜ਼ੀ ਨਾਲ ਪ੍ਰਤੀਕਿਰਿਆ ਕਰਦੀਆਂ ਨੇ। ਅਗਲਾ ਕੁਐਸਚਨ, ਲੋਹੇ ਦੀ ਮੇਖ ਅਤੇ ਕਾਪਰ ਸਲਫੇਟ ਦੀ ਘੋਲ ਵਿਚਲੀ ਕਿਰਿਆ ਨੂੰ ਕੀ ਕਿਹਾ ਜਾਂਦਾ? ਕੀ ਕਿਹਾ ਜਾਂਦਾ ਬੇਟਾ? ਵਿਸਥਾਪਨ। ਇਹ ਕੀ ਹੁੰਦੀ ਹੈ? ਲੋਹੇ ਦੀ ਮੇਖ ਆਇਰਨ ਪਲੱਸ ਕਾਪਰ ਸਲਫੇਟ
ਤਾਂ ਆਪਣੇ ਕੋਲ ਰਿਐਕਸ਼ਨ ਬਣ ਕੇ ਕੀ ਬਣ ਜੂਗਾ, ਆਇਰਨ ਦਾ ਸਲਫੇਟ ਬਣ ਜੂਗਾ। ਕਾਪਰ ਨੂੰ ਇਹਨੇ ਡਿਸਪਲੇਸ ਕਰ ਦੇਣਾ, ਵਿਸਥਾਪਨ ਕਰ ਦੇਣਾ, ਕਾਪਰ ਬਾਹਰ ਹੋ ਜਾਏਗਾ। ਤਾਂ ਇਹ ਕਿਹੜੀ ਪ੍ਰਕਿਰਿਆ ਹੈ, ਵਿਸਥਾਪਨ ਪ੍ਰਤੀਕਿਰਿਆ ਜਾਂ ਕਿਰਿਆ। 19ਵਾਂ ਕੁਐਸਚਨ, ਕੀਰਤੀ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਨੂੰ ਉਹਨਾਂ ਦੀ ਕਿਰਿਆਸ਼ੀਲਤਾ ਦੇ ਘਟਦੇ ਕਰਮ ਦੇ ਵਿੱਚ ਲਗਾਉਂਦੀ ਹੈ। ਸਹੀ ਕਰਮ ਕੀ ਹੋਏਗਾ? ਮੈਂ ਇਹਦਾ ਸਹੀ ਕਰਮ ਦੱਸ ਦੇਣਾ, ਬਾਅਦ ਵਿੱਚ ਆਪਾਂ ਇੱਕ ਪਿਕਚਰ ਦੇਖਦੇ ਹਾਂ, ਉਹਦੇ ਤੋਂ ਆਪਾਂ ਸਮਝਦੇ ਹਾਂ। ਤਾਂ ਇਹਦੇ ਲਈ ਸਹੀ ਕਰਮ ਹੈ ਜਿਹੜਾ ਉਹ ਇਹ ਆਏਗਾ, ਕੈਲਸ਼ੀਅਮ ਸਭ ਤੋਂ ਵੱਧ ਕਿਰਿਆਸ਼ੀਲ, ਉਦੋਂ ਘੱਟ ਮੈਗਨੀਸ਼ੀਅਮ, ਉਦੋਂ ਘੱਟ ਆਇਰਨ। ਦੇਖੋ ਬੇਟਾ, ਇਸ ਕੁਐਸਚਨ ਦਾ ਆਨਸਰ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਸਭ ਤੋਂ ਵੱਧ ਕਿਰਿਆਸ਼ੀਲ ਜਿਹੜੀ ਆਪਾਂ ਨੂੰ ਦਿੱਤਾ ਉਹਨਾਂ ਦੇ ਵਿੱਚੋਂ ਕਿਹੜਾ, ਕੈਲਸ਼ੀਅਮ, ਉਦੋਂ ਬਾਅਦ ਮੈਗਨੀਸ਼ੀਅਮ, ਅਤੇ ਸਭ ਤੋਂ ਘੱਟ ਕਿਰਿਆਸ਼ੀਲ ਕਿਹੜਾ ਜਿਹੜਾ ਆਪਾਂ ਨੂੰ ਕੁਐਸਚਨ ਸੀਗਾ ਉਹਦੇ ਵਿੱਚ ਆਇਰਨ। ਦੇਖੋ ਇਹਦੇ ਵਿੱਚ ਤੁਸੀਂ ਕਿਰਿਆਸ਼ੀਲਤਾ ਲੜੀ ਤੁਹਾਡੇ ਸਕਰੀਨ 'ਤੇ ਦਿਸ ਰਹੀ ਹੈ, ਇਹਦੇ ਵਿੱਚ ਦੇਖੋ ਤੁਸੀਂ ਕੈਲਸ਼ੀਅਮ ਪਿਆ, ਉਦੋਂ ਵੱਧ ਮੈਗਨੀਸ਼ੀਅਮ, ਅਤੇ ਥੱਲੇ ਪਿਆ ਆਪਣੇ ਕੋਲ ਆਇਰਨ। ਮਤਲਬ ਜਦੋਂ ਇੱਧਰ ਨੂੰ ਆ ਰਹੇ ਹਾਂ ਆਪਾਂ, ਕਿਰਿਆਸ਼ੀਲਤਾ ਜਿਹੜੀ ਲੜੀ ਹੈ, ਕਿਰਿਆਸ਼ੀਲਤਾ ਉਹ ਘਟਦੀ ਜਾ ਰਹੀ ਹੈ। ਤਾਂ ਮਤਲਬ ਸਭ ਤੋਂ ਵੱਧ ਕਿਰਿਆਸ਼ੀਲ, ਜਿਵੇਂ ਆਪਾਂ ਗੱਲ ਕਰੀਏ ਕਿਹੜਾ, ਪੋਟਾਸ਼ੀਅਮ ਅਤੇ ਸੋਡੀਅਮ ਸਭ ਤੋਂ ਵੱਧ ਕਿਰਿਆਸ਼ੀਲ ਨੇ। ਅਤੇ ਸਭ ਤੋਂ ਘੱਟ ਕਿਰਿਆਸ਼ੀਲ ਕਿਹੜਾ ਹੈ, ਗੋਲਡ, ਸੋਨਾ ਹੈ ਸਭ ਤੋਂ ਘੱਟ ਕਿਰਿਆਸ਼ੀਲ। ਤਾਂ ਹੀ ਸੋਨੇ ਦੇ ਵਿੱਚ ਇੰਨੀ ਚਮਕ ਹੁੰਦੀ ਹੈ। ਸੋਨੇ ਦਾ ਖੋਰਨ ਹੋਣਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਉਹ ਕਿਰਿਆ ਹੀ ਨਹੀਂ ਕਰਦਾ, ਉਹਦੇ ਵਿੱਚ ਚਮਕ ਤਾਂ ਹੀ ਰਹਿੰਦੀ ਹੈ। ਆਇਰਨ ਹੋ ਗਏ, ਆਪਣਾ ਲੋਹਾ ਹੋ ਗਿਆ, ਇਹਨੂੰ ਛੇਤੀ ਜ਼ਰ ਲੱਗ ਜਾਂਦੀ ਹੈ ਕਿਉਂਕਿ ਇਹ ਕਿਰਿਆਸ਼ੀਲ ਹੈ, ਕਿਰਿਆ ਕਰਦਾ। ਤਾਂ ਇੱਕ ਤਾਂ ਤੁਸੀਂ ਆਹ ਕਿਰਿਆਸ਼ੀਲਤਾ ਲੜੀ ਹੈ ਜਿਹੜੀ ਉਹ ਦਿਮਾਗ 'ਚ ਬਿਠਾ ਲੈਣੀ ਹੈ, ਇਹਨੂੰ ਯਾਦ ਕਰ ਲੈਣਾ ਵੀ ਇਹ ਵੱਧ ਕਿਰਿਆਸ਼ੀਲ ਹੈ। ਇਹ ਤੁਹਾਨੂੰ ਡਿਸਪਲੇਸਮੈਂਟ ਰਿਐਕਸ਼ਨ ਆਉਂਦੇ ਨੇ ਜਿਹੜੇ ਵਿਸਥਾਪਨ ਕਿਰਿਆਵਾਂ, ਉਹਦੇ ਵਿੱਚ ਵੀ ਤੁਹਾਨੂੰ ਹੈਲਪ ਕਰਨਗੇ। ਵੀ ਕਾਪਰ ਸਲਫੇਟ ਦੇ ਘੋਲ ਦੇ ਵਿੱਚ ਆਇਰਨ ਦੀ ਨੇਲ ਪਾਈ, ਕਿੱਲ ਪਾਇਆ, ਕੀ ਉਹਨੂੰ ਕੀ ਰਿਐਕਸ਼ਨ ਹੋਏਗਾ, ਤਾਂ ਆਪਾਂ ਕੀ ਹੋਏਗਾ, ਉਹਨੂੰ ਉਹ ਵਿਸਥਾਪਨ ਫੇਰ ਹੀ ਕਰੇਗਾ, ਉਹਨੂੰ ਫੇਰ ਹੀ ਹਟਾ ਪਾਏਗਾ ਜੇ ਉਹਦੀ ਕਿਰਿਆਸ਼ੀਲਤਾ ਜ਼ਿਆਦਾ ਹੈ। ਠੀਕ ਹੈ ਨਾ, ਜੇ ਕਿਰਿਆਸ਼ੀਲਤਾ ਘੱਟ ਆ ਤਾਂ ਉਹਦਾ ਕੋਈ ਵੀ ਰਿਐਕਸ਼ਨ ਨਹੀਂ ਹੋਏਗਾ। ਤਾਂ ਇਸ ਨੂੰ ਤੁਸੀਂ ਆਪਣੇ ਦਿਮਾਗ 'ਚ ਬਿਠਾ ਲੈਣਾ। ਕੁਐਸਚਨ ਦੇਖੋ ਬੇਟਾ, ਬੀਮਾ, ਸੋਡੀਅਮ ਅਤੇ ਪੋਟਾਸ਼ੀਅਮ ਵਰਗੀਆਂ ਧਾਤਾਂ ਹਵਾ ਦੇ ਸੰਪਰਕ ਵਿੱਚ ਆਉਂਦਿਆਂ ਹੀ ਅੱਗ ਫੜ ਲੈਂਦੀਆਂ ਹਨ। ਇਸ ਸੰਪਰਕ ਨੂੰ ਤੋੜਨ ਲਈ ਇਹਨਾਂ ਧਾਤਾਂ ਨੂੰ ਕਿਸ ਵਿੱਚ ਡੁਬੋਇਆ ਜਾਂਦਾ ਹੈ? ਬਹੁਤ ਇੰਪੋਰਟੈਂਟ, ਇਹਨਾਂ ਨੂੰ ਮਿੱਟੀ ਦੇ ਤੇਲ, ਕੈਰੋਸੀਨ ਆਇਲ ਵੀ ਬੋਲਦੇ ਨੇ ਇਹਨੂੰ, ਉਹਦੇ ਵਿੱਚ ਡੁਬੋ ਕੇ ਰੱਖਿਆ ਜਾਂਦਾ ਤਾਂ ਕਿ ਇਹ ਕਿਰਿਆ ਨਹੀਂ ਕਰਨ। ਜਾਂ ਸਿੰਪਲੀ ਤੁਹਾਨੂੰ ਪੁੱਛ ਲੈਂਦੇ ਨੇ ਵੀ ਸੋਡੀਅਮ ਨੂੰ ਕੈਰੋਸੀਨ ਆਇਲ ਦੇ ਵਿੱਚ ਕਿਉਂ ਡੁਬੋ ਕੇ ਰੱਖਿਆ ਜਾਂਦਾ, ਕਿਉਂਕਿ ਉਹ ਹਵਾ ਦੇ ਸੰਪਰਕ ਵਿੱਚ ਆ ਕੇ ਅੱਗ ਫੜ ਲੈਂਦੀ ਹੈ, ਮਤਲਬ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। 20 ਤੱਕ ਆਪਾਂ ਕੁਐਸਚਨ ਬੇਟਾ ਡਿਸਕਸ ਕਰ ਲਏ। ਕੁਛ ਹੋਰ ਕੁਐਸਚਨ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ ਇਸੇ ਚੈਪਟਰ ਦੇ ਵਿੱਚੋਂ ਆਪਾਂ ਡਿਸਕਸ ਕਰਦੇ ਹਾਂ। ਕਿਹੜੀ ਅਧਾਤ ਕਮਰੇ ਦੇ ਤਾਪਮਾਨ ਵਿੱਚ ਦ੍ਰਵ ਅਵਸਥਾ ਵਿੱਚ ਹੁੰਦੀ ਹੈ? ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਲਿਆ ਕਿਹੜੀ ਹੁੰਦੀ ਹੈ ਬੇਟਾ, ਇਹ ਰਿਵੀਜ਼ਨ ਲਈ ਹੋਈ ਹੈ। ਕਿਹੜੀ ਹੁੰਦੀ ਹੈ? ਬ੍ਰੋਮੀਨ ਅਧਾਤ ਆ ਜਿਹੜੀ ਉਹ ਕਮਰੇ ਤਾਪਮਾਨ 'ਚ ਦ੍ਰਵ ਅਵਸਥਾ ਵਿੱਚ ਹੁੰਦੀ ਹੈ। ਅਗਲਾ ਕੁਐਸਚਨ, ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ? ਕਿਹੜੀ ਹੈ ਬੇਟਾ? ਜ਼ਿੰਕ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ। ਇਹ ਮੈਂ ਤੁਹਾਨੂੰ ਕਿਰਿਆਸ਼ੀਲਤਾ ਲੜੀ ਵੀ ਦਿਖਾਈ ਸੀ। ਤਾਂ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ? ਪੋਟਾਸ਼ੀਅਮ। ਅਗਲਾ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਅਧਾਤਾਂ ਦਾ ਗੁਣ ਹੈ? ਚਮਕ, ਕੁਟੀਨ ਯੋਗਤਾ, ਖਿਚੀਨ ਯੋਗਤਾ। ਤਾਂ ਕੀ ਆਏਗਾ ਇਹਦੇ ਲਈ ਸਹੀ ਉੱਤਰ? ਇਹਨਾਂ ਵਿੱਚੋਂ ਕੋਈ ਨਹੀਂ। ਇਹ ਜਿਹੜੇ ਸਾਰੇ ਗੁਣ ਨੇ ਕਿਹਨਾਂ ਦੇ ਗੁਣ ਨੇ? ਧਾਤਾਂ ਦੇ ਗੁਣ ਨੇ, ਅਧਾਤਾਂ ਦੇ ਗੁਣ ਨਹੀਂ ਹੈਗੇ ਇਹ। ਤਾਂ ਇਹਦੇ ਲਈ ਸਹੀ ਆਪਸ਼ਨ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ, ਅਧਾਤਾਂ ਕਿਹੜੇ ਆਕਸਾਈਡ ਬਣਾਉਂਦੀਆਂ ਹਨ? ਤਾਂ ਕਿਹੜੇ ਬਣਾਉਂਦੀਆਂ ਨੇ ਅਧਾਤਾਂ? ਖਾਰੀ, ਤੇਜ਼ਾਬੀ, ਉਦਾਸੀਨ। ਕਿਹੜੇ ਬਣਾਉਂਦੀਆਂ ਬੇਟਾ? ਤੇਜ਼ਾਬੀ ਅਤੇ ਉਦਾਸੀਨ ਦੋਨੋਂ ਪ੍ਰਕਾਰ ਦੇ ਆਕਸਾਈਡ ਅਧਾਤਾਂ ਬਣਾਉਂਦੀਆਂ ਹਨ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਲੋਹੇ ਦੀ ਕੜਾਹੀ ਨੂੰ ਜੰਗ ਲਗਾਉਣ ਤੋਂ ਬਚਾਉਣ ਲਈ ਠੀਕ ਹੈ? ਗਰੀਸ ਲਗਾਉਣਾ, ਜ਼ਿੰਕ ਦੀ ਪਰਤ ਚੜਾਉਣਾ, ਪੇਂਟ ਕਰਨਾ। ਦੱਸੋ ਵੀ ਕਿਹੜੀ ਇਹਦੇ ਲਈ ਸਹੀ ਹੈ? ਕਿਹੜੀ ਸਹੀ ਹੈ ਬੇਟਾ? ਦੂਜੀ ਆਪਸ਼ਨ, ਜ਼ਿੰਕ ਦੀ ਪਰਤ ਚੜਾਈ ਹੁੰਦੀ ਹੈ ਲੋਹੇ ਦੀ ਕੜਾਹੀ 'ਤੇ, ਤੁਸੀਂ ਸ਼ਾਇਦ ਨੋਟ ਕੀਤਾ ਹੋਵੇ, ਥੋੜ੍ਹੀ ਜਿਹੀ ਚਮਕ ਜਿਹੀ ਲੱਗਦੀ ਹੈ ਉਹਦੇ ਨਾਲ, ਤਾਂ ਉਹ ਜ਼ਿੰਕ ਦੀ ਪਰਤ ਚੜਾਈ ਕਰਕੇ ਹੁੰਦੀ ਹੈ। ਤਾਂ ਉਵੇਂ ਆਪਾਂ ਇਹਨੂੰ ਜੰਗ ਲੱਗਣ ਤੋਂ ਬਚਾ ਸਕਦੇ ਹਾਂ। ਅਗਲਾ ਕੁਐਸਚਨ, ਇੱਕ ਮਿਸਤਰੀ ਨੇ ਦੋ ਬਿਜਲੀ ਤਾਰਾਂ ਨੂੰ ਜੋੜਨ ਲਈ ਇੱਕ ਮਿਸ਼ਰ ਧਾਤ ਦਾ ਪ੍ਰਯੋਗ ਕੀਤਾ। ਇਸ ਮਿਸ਼ਰ ਧਾਤ ਹੈ, ਇਹ ਮਿਸ਼ਰ ਧਾਤ ਹੈ, ਥੋੜ੍ਹਾ ਜਿਹਾ ਇੱਥੇ ਐਰਰ ਗਲਤ ਲਿਖਿਆ ਗਿਆ। ਤਾਂ ਕਿਹੜੀ ਮਿਸ਼ਰ ਧਾਤ ਇਹ? ਐਮੈਲਗਮ, ਪਿੱਤਲ, ਸੋਲਡਰ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹ ਕੀ ਹੈ ਬੇਟਾ? ਇਹਦੇ ਲਈ ਸਹੀ ਉੱਤਰ ਸੋਲਡਰ ਹੈ, ਜਿਹੜੀ ਬਿਜਲੀ ਤਾਰਾਂ ਨੂੰ ਜੋੜਨ ਦੇ ਲਈ ਵਰਤੀ ਜਾਂਦੀ ਹੈ।
ਅਗਲਾ ਕੁਐਸਚਨ, ਧਾਤਾਂ ਦੇ ਖੋਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਪੇਂਟ ਕਰਕੇ, ਗਲਵੈਨੀਕਰਨ ਕਰਕੇ, ਗਰੀਸ ਕਰਕੇ। ਇਹਦਾ ਕੀ ਮਤਲਬ ਹੈ ਬੇਟਾ? ਗਲਵੈਨੀਕਰਨ ਕਰਕੇ ਮਤਲਬ ਉਹਦੇ 'ਤੇ ਕਿਸੇ ਦੀ ਜ਼ਿੰਕ ਦੀ ਜਾਂ ਕਿਸੇ ਹੋਰ ਧਾਤ ਦੀ ਜਿਹੜੀ ਘੱਟ ਕਿਰਿਆਸ਼ੀਲ ਆ ਉਹਦੀ ਪਰਤ ਚੜ੍ਹਾ ਕੇ। ਠੀਕ ਹੈ, ਤਾਂ ਕੀ ਹੈ ਇਹਦੇ ਲਈ? ਸਾਰੀਆਂ ਆਪਸ਼ਨਾਂ ਹੀ ਠੀਕ ਨੇ ਨਾ, ਕੋਈ ਵੀ ਕਰ ਲਓ ਤੁਸੀਂ, ਐਵੇਂ ਧਾਤਾਂ ਦਾ ਖੋਰ ਨੂੰ ਤੁਸੀਂ ਰੋਕ ਸਕਦੇ ਹੋ। ਅਗਲਾ ਕੁਐਸਚਨ, ਜੇਕਰ ਮਿਸ਼ਰ ਧਾਤ ਵਿੱਚੋਂ ਇੱਕ ਧਾਤ ਪਾਰਾ ਹੋਵੇ ਤਾਂ ਇਸ ਨੂੰ ਕੀ ਆਖਦੇ ਨੇ? ਜੇ ਮਿਸ਼ਰ ਧਾਤ ਬਣਾਈ ਆ ਉਹਨਾਂ ਦੇ ਵਿੱਚੋਂ ਇੱਕ ਧਾਤ ਆ ਜਿਹੜੀ ਉਹ ਪਾਰਾ ਹੋਵੇ ਤਾਂ ਉਹਨੂੰ ਆਪਾਂ ਬੋਲਦੇ ਹਾਂ ਐਮੈਲਗਮ। ਜਿਹੜੀ ਉਹ ਮਿਸ਼ਰ ਧਾਤ ਬਣੂਗੀ ਉਹਨੂੰ ਆਪਾਂ ਕੀ ਬੋਲਦੇ ਹਾਂ ਬੇਟਾ? ਐਮੈਲਗਮ। ਜੇ ਜ਼ਿੰਕ ਨਾ ਬਣੀ ਆ ਤਾਂ ਜ਼ਿੰਕ ਐਮੈਲਗਮ, ਐਵੇਂ ਉਹਦੇ ਨਾਮ ਹੁੰਦੇ ਨੇ ਅੱਗੇ ਅੱਗੇ। ਅਗਲਾ ਕੁਐਸਚਨ, ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਕੇ ਕਿਹੜੀ ਗੈਸ ਉਤਪੰਨ ਕਰਦੀਆਂ ਨੇ? ਹੁਣ ਧਾਤਾਂ ਜਿਹੜੀਆਂ ਉਹ ਤੇਜ਼ਾਬਾਂ ਨਾਲ ਕਿਰਿਆ ਕਰਕੇ ਕਿਹੜੀ ਗੈਸ, ਜਿਵੇਂ ਧਾਤ ਆ ਕੋਈ ਵੀ ਧਾਤ ਲੈ ਲਓ, ਸੋਡੀਅਮ, ਠੀਕ ਹੈ, ਉਹਦਾ HCl ਨਾਲ ਰਿਐਕਸ਼ਨ ਕਰਾਈਏ ਆਪਾਂ ਤਾਂ ਸੋਡੀਅਮ ਦਾ ਕਲੋਰਾਈਡ ਬਣ ਜੂਗਾ। ਕਿਹੜੀ ਗੈਸ ਬਣ ਜੂਗੀ? ਹਾਈਡਰੋਜਨ ਗੈਸ ਉਤਪੰਨ ਹੁੰਦੀ ਹੈ। ਤੁਸੀਂ ਇਹਨਾਂ ਕੁਐਸਚਨਾਂ ਦਾ ਜਵਾਬ ਨਾ ਰਿਐਕਸ਼ਨ ਬਣਾ ਕੇ ਵੀ ਦੇ ਸਕਦੇ ਹੋ। ਇਹਦੇ ਲਈ ਸਹੀ ਆਪਸ਼ਨ ਕੀ ਆਏਗੀ? ਸੋਡੀਅਮ ਆਏਗੀ। ਅਗਲਾ, ਕਿਹੜੀ ਅਧਾਤ ਚਮਕੀਲੀ ਹੈ? ਦੇਖੋ ਧਾਤਾਂ ਤਾਂ ਚਮਕੀਲੀਆਂ ਹੁੰਦੀਆਂ ਹੀ ਆ, ਪਰ ਇੱਕ ਅਧਾਤ ਇਹੋ ਜਿਹੀ ਆ ਜਿਹੜੀ ਅਧਾਤ ਵੀ ਹੈ ਅਤੇ ਚਮਕੀਲੀ ਵੀ ਹੈ, ਤਾਂ ਉਹ ਕਿਹੜੀ ਹੈ ਬੇਟਾ? ਆਇਓਡੀਨ ਇੱਕ ਅਜਿਹੀ ਅਧਾਤ ਹੈ ਜਿਹੜੀ ਚਮਕੀਲੀ ਹੈ। ਧਰਤੀ ਦੀ ਪਰਤ ਮਤਲਬ ਜਾਂ ਆਪਾਂ ਕਹਾਂਗੇ ਧਰਤੀ ਦੀ ਪੇਪੜੀ ਅਰਥ 'ਚ ਕਰਸਟ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਤੱਤ ਜਿਹੜਾ ਹੈ। ਹੁਣ ਜੇ ਆਪਾਂ ਤੱਤ ਦੀ ਗੱਲ ਕਰੀਏ, ਧਰਤੀ ਦੀ ਪੇੜ ਸਭ ਤੋਂ ਵੱਧ ਪਾਇਆ ਜਾਣ ਵਾਲਾ ਤੱਤ ਉਹ ਹੈਗਾ ਆਕਸੀਜਨ। ਇਹ ਅਰਥ ਦੇ ਸੋਲਿਡ ਸਰਫੇਸ ਦੀ ਗੱਲ ਕਰੀਏ ਬਾਈ ਵੇਟ, ਇਹ 46% ਆ ਜਿਹੜਾ ਹੁੰਦਾ, ਸਭ ਤੋਂ ਵੱਧ ਹੁੰਦਾ ਇਹ 46% ਪਾਇਆ ਜਾਂਦਾ ਇਹ। ਜੇ ਆਪਾਂ ਸੈਕਿੰਡ ਦੀ ਗੱਲ ਕਰੀਏ ਉਹ ਸਿਲੀਕਨ ਹੁੰਦਾ, ਉਹ 28% ਪਾਇਆ ਜਾਂਦਾ ਬਾਈ ਵੇਟ। ਔਰ ਥਰਡ ਨੰਬਰ 'ਤੇ ਆਉਂਦਾ ਨੀਅਰ ਅਬਾਊਟ 8% ਐਲੂਮੀਨੀਅਮ ਧਾਤ ਆ ਜਿਹੜੀ ਉਹ ਪਾਈ ਜਾਂਦੀ ਹੈ। ਜੇ ਥੋੜ੍ਹਾ ਜਿਹਾ ਕੁਐਸਚਨ ਬਦਲ ਦੇਣ, ਧਰਤੀ ਦੀ ਪਰਤ ਜਾਂ ਪੇਪੜੀ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਧਾਤ ਕਿਹੜੀ ਹੈ ਸਭ ਤੋਂ ਵੱਧ, ਤਾਂ ਧਾਤ ਕਿਹੜੀ ਹੋਊਗੀ? ਐਲੂਮੀਨੀਅਮ, ਕਿਉਂਕਿ ਆਕਸੀਜਨ ਕੀ ਹੈ? ਇੱਕ ਨੋਨ ਮੈਟਲ ਆ, ਅਧਾਤ ਹੈ। ਤਾਂ ਧਰਤੀ ਦੀ ਪਰਤ ਦੇ ਵਿੱਚ ਸਭ ਤੋਂ ਵੱਧ ਧਾਤ ਆ ਜਿਹੜੀ ਉਹ ਕਿਹੜੀ ਪਾਈ ਜਾਏਗੀ? ਐਲੂਮੀਨੀਅਮ ਪਾਈ ਜਾਏਗੀ। ਠੀਕ ਹੈ ਬੇਟਾ। ਜੇ ਤੱਤ ਦੀ ਗੱਲ ਕਰਾਂਗੇ ਤਾਂ ਫਿਰ ਆਪਾਂ ਕੀ ਲਿਖਾਂਗੇ? ਆਕਸੀਜਨ। ਜੇ ਤੁਹਾਨੂੰ ਤੱਤ ਲਿਖਿਆ ਗਿਆ ਜਾਂ ਨੋਨ ਮੈਟਲ ਅਧਾਤ ਲਿਖਿਆ ਗਿਆ ਤਾਂ ਤੁਸੀਂ ਇਹੀ ਆਪਸ਼ਨ ਦੇਣਾ ਆਕਸੀਜਨ। ਜੇ ਤੁਹਾਨੂੰ ਧਾਤ ਆ ਗਿਆ ਫਿਰ ਤੁਹਾਡੇ ਲਈ ਸਹੀ ਆਪਸ਼ਨ ਕੀ ਹੋਏਗੀ? ਐਲੂਮੀਨੀਅਮ। ਕਾਰਬਨ ਦੇ ਵੱਖ-ਵੱਖ ਰੂਪਾਂ ਵਿੱਚੋਂ ਕਿਹੜਾ ਰੂਪ ਸਭ ਤੋਂ ਜ਼ਿਆਦਾ ਕਠੋਰ ਹੈ? ਤਾਂ ਕਿਹੜਾ ਰੂਪ ਸਭ ਤੋਂ ਜ਼ਿਆਦਾ, ਕਾਰਬਨ ਦੇ ਰੂਪਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਕੀਤਾ ਸੀ ਡਿਸਕਸ, ਹੀਰਾ ਸਭ ਤੋਂ ਜ਼ਿਆਦਾ ਕਠੋਰ ਤੱਤ ਹੈ। ਤਾਂ ਇਹਦੇ ਲਈ ਸਹੀ ਆਪਸ਼ਨ ਕੀ ਆਏਗਾ ਬੇਟਾ? ਹੀਰਾ ਆਏਗਾ। ਅਗਲਾ, ਸ਼ੁੱਧ ਸੋਨਾ ਜ਼ਿਆਦਾ ਨਰਮ ਹੋਣ ਕਾਰਨ ਉਸ ਦੇ ਗਹਿਣੇ ਨਹੀਂ ਬਣਾਏ ਜਾ ਸਕਦੇ। ਕੀ ਤੁਸੀਂ ਦੱਸ ਸਕਦੇ ਹੋ ਕਿ ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਹੈ? ਦੇਖੋ ਬੇਟਾ, ਸੋਨਾ ਜਿਹੜਾ ਸ਼ੁੱਧ ਸੋਨਾ ਹੁੰਦਾ ਨਾ ਬਹੁਤ ਜ਼ਿਆਦਾ ਨਰਮ ਹੁੰਦਾ, ਉਹਦੇ ਗਹਿਣੇ ਨਹੀਂ ਬਣਾਏ ਜਾਂਦੇ। ਉਹਦੇ ਵਿੱਚ ਤਾਂਬੇ ਦੀ ਜਾਂ ਕਿਸੇ ਹੋਰ ਦੀ ਚਾਂਦੀ ਦੀ ਮਿਲਾਵਟ ਕਰਕੇ ਉਹਨੂੰ ਫੇਰ ਬਣਾਇਆ ਜਾਂਦਾ, ਉਹਦੇ ਗਹਿਣੇ ਫੇਰ ਬਣਦੇ ਨੇ। ਜਿਹੜਾ ਸ਼ੁੱਧ ਸੋਨਾ ਹੁੰਦਾ ਉਹ ਹੁੰਦਾ 24 ਕੈਰਟ। ਅਗਲਾ, ਕੁਝ ਹੋਰ ਇਸ ਚੈਪਟਰ ਬਾਰੇ ਮਹੱਤਵਪੂਰਨ ਗੱਲਾਂ ਜੋ ਮੈਂ ਕੀਤੀਆਂ ਇਕੱਠੀਆਂ। ਫਸਟ ਪੁਆਇੰਟ ਆ ਜਿਹੜਾ ਉਹਦੇ ਲਈ, ਸੋਨੋਰਸ ਧਾਤਾਂ ਉਹ ਧਾਤਾਂ ਹਨ ਜੋ ਆਵਾਜ਼ ਪੈਦਾ ਕਰਦੀਆਂ ਹਨ। ਇਸੇ ਕਰਕੇ ਸਕੂਲਾਂ ਵਿੱਚ ਘੰਟੀ ਆ ਜਿਹੜੀ ਉਹ ਲੋਹੇ ਦੀ ਬਣੀ ਹੁੰਦੀ ਹੈ, ਕਿਉਂਕਿ ਲੋਹਾ ਵੀ ਉਸ ਧਾਤਾਂ ਦੇ ਵਿੱਚ ਆਉਂਦਾ, ਲੋਹਾ ਵੀ ਆਵਾਜ਼ ਪੈਦਾ ਕਰਦਾ। ਅਗਲਾ ਪੁਆਇੰਟ, ਸਿਲਵਰ ਅਤੇ ਕਾਪਰ ਤਾਪ ਦੇ ਚੰਗੇ ਚਾਲਕ ਹਨ। ਮਤਲਬ ਇਹਨਾਂ ਦੇ ਵਿੱਚ ਟੈਂਪਰੇਚਰ ਆ ਜਿਹੜਾ ਉਹ ਬਹੁਤ ਆਸਾਨੀ ਨਾਲ ਲੰਘ ਜਾਂਦਾ, ਤਾਪ ਲੰਘ ਜਾਂਦਾ। ਜਿਹੜੀਆਂ ਧਾਤਾਂ ਚਾਕੂ ਨਾਲ ਕੱਟੀਆਂ ਜਾ ਸਕਦੀਆਂ ਨੇ ਉਹ ਕਿਹੜੀਆਂ ਨੇ? ਸੋਡੀਅਮ ਅਤੇ ਪੋਟਾਸ਼ੀਅਮ ਅਜਿਹੀਆਂ ਧਾਤਾਂ ਨੇ ਜਿਹੜੀਆਂ ਕਠੋਰ ਨਹੀਂ ਹੁੰਦੀਆਂ, ਨਰਮ ਹੁੰਦੀਆਂ, ਚਾਕੂ ਨਾਲ ਵੀ ਕੱਟੀਆਂ ਜਾ ਸਕਦੀਆਂ। ਗ੍ਰੇਫਾਈਟ ਕਾਰਬਨ ਦਾ ਅਜਿਹਾ ਰੂਪ ਹੈ ਜੋ ਬਿਜਲੀ ਦਾ ਚਾਲਕ ਹੈ। ਇਹ ਤੁਸੀਂ ਛੋਟੀਆਂ ਕਲਾਸਾਂ ਸ਼ਾਇਦ ਕਰਦੇ ਵੀ ਹੋਣੇ ਵੀ ਪੈਨਸਲ ਨੂੰ ਵਿੱਚ ਰੱਖ ਕੇ ਸਰਕਟ ਦੇ ਵਿੱਚ ਜੋੜਿਆ ਜਾਂਦਾ। ਮਤਲਬ ਪੈਨਸਲ ਦਾ ਜਿਹੜਾ ਉਹ ਬਲੈਕ ਪਾਰਟ ਹੁੰਦਾ ਉਹ ਗ੍ਰੇਫਾਈਟ ਹੁੰਦਾ, ਕਾਰਬਨ ਦਾ ਰੂਪ। ਤਾਂ ਗ੍ਰੇਫਾਈਟ ਦੇ ਵਿੱਚੋਂ ਦੀ ਕਰੰਟ ਲੰਘ ਕੇ ਉਹ ਬਲਬ ਜਿਹੜਾ ਆਪਾਂ ਲਾਇਆ ਹੁੰਦਾ ਉਹ ਜਲ ਜਾਂਦਾ। ਤਾਂ ਗ੍ਰੇਫਾਈਟ ਕਾਰਬਨ ਦਾ ਅਜਿਹਾ ਰੂਪ ਹੈ ਜੋ ਬਿਜਲੀ ਦਾ ਸੁਚਾਲਕ ਹੈ। ਲਾਸਟ ਕੁਐਸਚਨ, ਸੋਨੇ ਅਤੇ ਪਲਾਟੀਨਮ ਨੂੰ ਆਪਣੇ ਵਿੱਚ ਘੋਲਣ ਵਾਲਾ ਸ਼ਕਤੀਸ਼ਾਲੀ ਖੋਰਕ ਹੈ
ਕਿਹੜਾ ਉਹ ਐਕੁਆਰੇਜ਼ੀਆ ਹੈ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਵੀ ਉਹ ਕੀ ਹੁੰਦਾ ਹੈ। HCl ਤੇ ਨਾਈਟ੍ਰਿਕ ਐਸਿਡ, ਠੀਕ ਹੈ ਬੇਟਾ। ਕਿਹਦਾ ਹੁੰਦਾ ਉਹ HCl ਤੇ ਨਾਈਟ੍ਰਿਕ ਐਸਿਡ ਦਾ 3:1 ਦੇ ਵਿੱਚ ਮਿਲਾ ਕੇ ਬਣਦਾ, ਉਹ ਕੀ ਹੁੰਦਾ ਐਕੁਆਰੇਜ਼ੀਆ। ਬਹੁਤ ਜ਼ਿਆਦਾ ਸ਼ਕਤੀਸ਼ਾਲੀ ਖਾਰਕ ਹੁੰਦਾ। ਤਾਂ ਇਹ ਸੀ ਆਪਣੀ ਅੱਜ ਦੀ ਸਾਇੰਸ ਨਾਲ ਸੰਬੰਧਿਤ ਵੀਡੀਓ। ਮੈਨੂੰ ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਵੇਗੀ। ਜਿਹੜੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਇਹਦੇ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਨਾ ਅਤੇ ਇਸ ਨੂੰ ਆਪਣੀ ਕਾਪੀ 'ਤੇ ਲਿਖ ਲੈਣਾ ਤਾਂ ਜੋ ਤੁਸੀਂ ਇਹਨੂੰ ਭੁੱਲ ਨਾ ਜਾਓ। ਇਹਨੂੰ ਵਾਰ-ਵਾਰ ਦੇਖ ਲੈਣਾ। ਇਸ ਵੀਡੀਓ ਨੂੰ ਵਾਰ-ਵਾਰ ਦੇਖੋਗੇ ਤਾਂ ਤੁਹਾਡੇ ਇਹ ਯਾਦ ਹੋ ਜਾਏਗਾ। ਧੰਨਵਾਦ।